गुड मॉर्निंग स्टूडेंट्स। टुडे वी डिस्कस अबाउट नेक्स्ट टॉपिक प्राइवेटाइजेशन की आ एक प्रोसैस आ जिहड़ा कि अपने बिजनेस इन्वायरमेंट दे विच एक्टिविटीज़ दे विच फ्रीडम प्रोवाइड करदा आ अपने प्राइवेट सैक्टर नूं। प्राइवेट सैक्टर की है इकोनॉमी दे विच अंडर प्राइवेटाइजेशन दे विच ओनरशिप आ जांदी है, मैनेजमेंट आ जांदा, कंट्रोल ऑफ पब्लिक सैक्टर आ जिहड़ियां सारियां ट्रांसफर कर दिंदा आ प्राइवेट सैक्टर नूं। ਇਹ ਜਿਹੜੀ ਆਪਣੀ ਆਪਣੇ ਸੈਕਟਰ ਦੇ ਵਿੱਚ ਉਹ ਡਿਸਇਨਵੈਸਟਮੈਂਟ ਕਰ ਦਿੰਦਾ ਆ ਅਤੇ ਉਹਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਵੈਸਟ ਕਰਨ ਲੱਗ ਪੈਂਦਾ ਹੈ। ਇਹ ਜਿਹੜਾ ਐਫੀਸ਼ੀਐਂਟ ਵੇ ਦੇ ਨਾਲ ਇਹਦੇ ਵਿੱਚ ਕੰਮ ਕਰਦਾ ਆ। ਇਹ 1991 ਦੇ ਵਿੱਚ ਪ੍ਰਮੋਟ ਹੋਇਆ ਸੀਗਾ। ਮੇਅਰਸ ਔਰ ਅਡੋਪਟਡ ਅੰਡਰ ਪ੍ਰਾਈਵੇਟਾਈਜੇਸ਼ਨ। ਫਸਟ ਵਨ ਹੈ ਫੀਚਰ ਆਫ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਕੀ ਆ, ਕਹਿੰਦੇ ਜਿਹੜਾ ਪਬਲਿਕ ਸੈਕਟਰ ਦਾ ਰੋਲ ਆ ਇਕੋਨਮੀ ਨੂੰ ਆਪਣੇ ਨੂੰ ਵਧੀਆ ਕਰਨਾ। ਇਹਦੇ ਅਕੋਰਡਿੰਗ ਜਿਹੜਾ ਪ੍ਰੋਸੈਸ ਆ ਜਿਹੜਾ 1991 ਦੇ ਵਿੱਚ ਇਹਦੇ ਵਿੱਚ 2 ਏਰੀਆ ਨੂੰ ਲਿਆ ਗਿਆ ਸੀ, ਰਿਜ਼ਰਵ ਕੀਤਾ ਗਿਆ ਸੀ। ਕਿਹੜੇ ਆ ਇਹਦੇ ਵਿੱਚ ਓਨਲੀ 2 ਏਰੀਆਜ਼ ਨੂੰ ਲਿਆ ਜਾਂਦਾ ਹੈ, ਰੇਲਵੇਜ਼ ਐਂਡ ਅਟੋਮਿਕ ਐਨਰਜੀ ਨੂੰ। ਬਾਕੀ ਸਾਰੀ ਟਰਮ ਨੂੰ ਆਪਾਂ ਉਹਦੇ ਵਿੱਚ ਰੱਖ ਦਿੱਤਾ, ਪ੍ਰਾਈਵੇਟਾਈਜੇਸ਼ਨ ਦੇ ਵਿੱਚ ਸ਼ਿਫਟ ਕਰ ਦਿੱਤਾ। ਸੈਕਿੰਡ ਆ ਇਹਦੇ ਵਿੱਚ ਜਿਹੜੀ ਡਿਸਇਨਵੈਸਟਮੈਂਟ ਪ੍ਰੋਸੈਸ ਆ, ਇਹਦੇ ਵਿੱਚ ਜਿਹੜੀ ਵੀ ਇਨਵੈਸਟਮੈਂਟ ਕੀਤੀ ਜਾਂਦੀ ਆ ਉਹ ਪਬਲਿਕ ਸੈਕਟਰ ਦੇ ਵਿੱਚ ਪਬਲਿਕ ਸੈਕਟਰ ਨੇ ਜਿਹੜੀ ਵੀ ਇਨਵੈਸਟਮੈਂਟ ਕਰਨੀ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਕਰਨੀ ਆ। ਥਰਡ ਵਨ ਆ ਇਹਦੇ ਵਿੱਚ ਜਿਹੜੇ ਵੀ ਇੰਟਰਵੈਂਸ਼ਨਸ ਆ ਉਹ ਗਵਰਨਮੈਂਟ ਆ ਉਹਨੇ ਸਾਰੇ ਜਿਹੜੇ ਘਟਾ ਕੇ ਪ੍ਰਾਈਵੇਟ ਸੈਕਟਰ ਵੱਲ ਗਰਾਂਟ ਕਰ ਦਿੱਤੇ। ਮੀਨਸ ਉਹਨੂੰ ਪੂਰੀ ਆਜ਼ਾਦੀ ਹੋ ਗਈ, ਉਹ ਜਿੱਦਾਂ ਮਰਜ਼ੀ ਕੰਮ ਕਰ ਸਕੇ। ਪਬਲਿਕ ਸੈਕਟਰ ਐਂਟਰਪ੍ਰਾਈਜ਼ ਆ ਉਹਨੇ ਆਪਣੇ ਜਿਹੜੀਆਂ ਆ ਮੋਰ ਓਪਰੇਸ਼ਨਲ ਫਰੀਡਮ ਅਤੇ ਮੋਰ ਇੰਡੀਪੈਂਡੈਂਸ ਨੂੰ ਪ੍ਰੋਫੈਸ਼ਨਲ ਨੂੰ ਅਡੋਪਟ ਕੀਤਾ। ਕਿਉਂ ਕੀਤਾ ਉਹਨੂੰ ਅਡੋਪਟ ਜਿਹੜੇ ਪ੍ਰੋਫੈਸ਼ਨਲਸ ਨੂੰ, ਤਾਂ ਕਿ ਉਹਨਾਂ ਦਾ ਜਿਹੜਾ ਵਰਕ ਆ ਉਹ ਵਧੀਆ ਵੇ ਦੇ ਨਾਲ, ਐਫੀਸ਼ੀਐਂਟ ਵੇ ਦੇ ਨਾਲ ਹੋ ਸਕੇ। ਫਿਫਥ ਪੁਆਇੰਟ ਆ ਸਪੈਸੀਫਿਕ ਐਫਰਟਸ ਆ। ਉਹਦੇ ਨਾਲ ਕੀ ਆ ਜਿਹੜੀ ਹੈ ਕਿ ਸਿਕਨੈਸ ਆ, ਲੋਸ ਮੇਕਿੰਗ ਪਬਲਿਕ ਸੈਕਟਰ ਯੂਨਿਟ ਸੀਗੇ ਉਹਨਾਂ ਦੇ ਵਿੱਚ ਕੀ ਇੰਪਰੂਵਮੈਂਟ ਹੋਵੇ ਅਤੇ ਆਪਣੇ ਐਫਰਟਸ ਦੇ ਨਾਲ ਜਿਹੜਾ ਆਪਣੀਆਂ ਰੈਕਮੈਂਡਡਸ ਆ ਬੋਰਡਸ ਆ ਉਹਨਾਂ ਦੀਆਂ ਜਿਹੜੀਆਂ ਰੀਕਨਸਟਰਕਟ ਕੀਤਾ ਜਾਵੇ। ਕਿਹੜੀਆਂ ਟਰਮਸ ਆ ਇਹ? ਬੋਰਡ ਫॉर ਇੰਡਸਟਰੀਅਲ ਐਂਡ ਫਾਈਨੈਂਸ਼ੀਅਲ ਰੀਕਨਸਟਰਕਸ਼ਨ। ਨੈਕਸਟ ਹੈ ਮੈਰਿਟਸ ਆਫ ਪ੍ਰਾਈਵੇਟਾਈਜੇਸ਼ਨ। ਮੈਰਿਟਸ ਆਫ ਪ੍ਰਾਈਵੇਟਾਈਜੇਸ਼ਨ ਕੀ ਆ? ਇਨਕਰੀਜ਼ ਇਨ ਇਨਵੈਸਟਮੈਂਟ। ਆਪਣੀ ਇਨਵੈਸਟਮੈਂਟ ਦੇ ਵਿੱਚ ਕੀ ਕੀਤਾ ਉਹਨਾਂ ਨੇ? ਇਨਵੈਸਟਮੈਂਟ ਕੀਤਾ ਇਨਵੈਸਟਮੈਂਟ ਦੇ ਵਿੱਚ ਵਾਧਾ ਕੀਤਾ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਜਿਹੜਾ ਪ੍ਰਾਈਵੇਟ ਇਨਵੈਸਟਮੈਂਟ ਆ, ਫੋਰਨ ਡਾਇਰੈਕਟ ਇਨਵੈਸਟਮੈਂਟ ਆ, ਫੋਰਨ ਇਨਡਾਇਰੈਕਟ ਇਨਵੈਸਟਮੈਂਟ ਆ, ਉਹਦੇ ਵਿੱਚ ਭਾਰਤ ਵਿੱਚ ਤਿੰਨੋਂ ਚੀਜ਼ਾਂ ਦਾ ਕੀ ਹੋਇਆ? ਵਾਧਾ ਹੋ ਗਿਆ। ਲਗਾਤਾਰ ਕੈਪੀਟਲ ਫਾਰਮੇਸ਼ਨ ਦੇ ਵਿੱਚ ਵਾਧਾ ਹੋਣ ਦੇ ਨਾਲ ਜਿਹੜਾ ਆਪਣਾ ਰੈਪਿਡ ਰੇਟ ਆ ਉਹਦੇ ਵਿੱਚ ਵੀ ਇਨਕਰੀਜ਼ਮੈਂਟ ਆ ਗਈ। ਸੈਕਿੰਡ ਵਨ ਆ ਹਾਇਰ ਇਕਨੋਮਿਕ ਗਰੋਥ ਰੇਟ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਜਿਹੜਾ ਇੰਡਸਟਰੀਅਲ ਕੰਟਰੀ ਆ ਉਹ ਜ਼ਿਆਦਾ ਪ੍ਰਮੋਟ ਹੋਣ ਲੱਗ ਪਈ, ਜਿਹਦੇ ਕਰਕੇ ਇੰਪਲੋਇਮੈਂਟ ਅਪੋਰਚੁਨਿਟੀਜ਼ ਆ, ਜ਼ਿਆਦਾ ਰੁਜ਼ਗਾਰ ਮਿਲਣ ਲੱਗ ਪਿਆ। ਇੰਡਸਟਰੀਅਲ ਪ੍ਰੋਡਕਸ਼ਨ ਆ ਉਹਦੇ ਵਿੱਚ ਵੀ ਵਾਧਾ ਹੋਇਆ, ਨੈਸ਼ਨਲ ਇਨਕਮ ਦੇ ਵਿੱਚ ਵੀ ਵਾਧਾ ਹੋਇਆ। ਆਪਣੇ ਜਿਹੜੇ ਨਿਰਯਾਤ ਆ, ਐਕਸਪੋਰਟ ਆ ਉਹ ਵੀ ਵੱਧ ਗਏ, ਜਿਹਦੇ ਕਰਕੇ ਆਪਾਂ ਹਾਈ ਰੇਟ 'ਤੇ ਆਪਣੀ ਜਿਹੜੀ ਇਕੋਨਮੀ ਦੀ ਗਰੋਥ ਆ ਉਹਨੇ ਅਚੀਵ ਕਰ ਲਿਆ। ਥਰਡ ਵਨ ਆ ਐਨਕਰੇਜਮੈਂਟ ਟੂ ਇਨਵੈਂਸ਼ਨਸ। ਨਵੀਆਂ ਖੋਜਾਂ ਦੇ ਵਿੱਚ ਹੋਰ ਐਨਕਰੇਜਮੈਂਟ ਆਈ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਆਪਣੇ ਨਵੇਂ ਐਫਰਟਸ ਪਾਉਣ ਦੇ ਨਾਲ ਜਿਹੜੀਆਂ ਹੈਗੀਆਂ ਪ੍ਰਾਈਵੇਟ ਸੈਕਟਰ ਨੇ ਹੋਰ ਖੋਜਾਂ ਕੀਤੀਆਂ, ਉਹਨਾਂ ਨੇ ਰਿਸਰਚ ਡਿਵੈਲਪਮੈਂਟ ਦੇ ਵਿੱਚ ਉਹਨੂੰ ਪ੍ਰਮੋਟ ਕੀਤਾ ਅਤੇ ਨਵੀਆਂ ਖੋਜਾਂ ਨੇ ਆਪਣੀ ਜਿਹੜੀ ਆ ਆਪਣੀ ਭਾਰਤ ਦੇ ਵਿੱਚ ਜਗ੍ਹਾ ਬਣਾ ਲਈ। ਫੋਰਥ ਵਨ ਆ ਰਿਡਕਸ਼ਨ ਇਨ ਪੋਲੀਟੀਕਲ ਇੰਟਰਫੇਅਰੈਂਸ। ਜਿਹੜੀ ਆ ਪੋਲੀਟੀਕਲ ਇੰਟਰਫੇਅਰੈਂਸ ਆ ਉਹ ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਉਹਦੀ ਜਿਹੜੀ ਆ ਇੰਟਰਫੇਅਰੈਂਸ ਆ ਉਹ ਘੱਟ ਗਈ। ਪ੍ਰਾਈਵੇਟੇਸ਼ਨ ਨੇ ਕੀ ਕੀਤਾ? ਪੋਲੀਟੀਕਲ ਇੰਟਰਫੇਅਰੈਂਸ ਨੂੰ ਆਪਣੀ ਇਕੋਨਮੀ ਦੇ ਵਿੱਚ ਘਟਾ ਦਿੱਤਾ ਕਿ ਆਪਣੀ ਇਕੋਨਮੀ ਪਲੱਸ ਇੰਡਸਟਰੀਅਲ ਫੀਲਡ ਦੇ ਵਿੱਚ ਇਹਨੇ ਉਹਨੂੰ ਜਿਹੜੀ ਪੋਲੀਟੀਕਲ ਇੰਟਰਫੇਅਰੈਂਸ ਨੂੰ ਘਟਾ ਦਿੱਤਾ। ਪ੍ਰਾਈਵੇਟੇਸ਼ਨ ਸੈਕਟਰ ਦੇ ਆਉਣ ਦੇ ਨਾਲ ਜਿਹੜੀ ਉਹਨੇ ਕਿ ਆਪਣੇ ਇਕੱਲੇ ਬੇਸਿਸ 'ਤੇ ਜਿਹੜੇ ਡਿਸੀਜ਼ਨ ਲੈਣੇ ਸ਼ੁਰੂ ਕਰ ਦਿੱਤੇ। ਐਟ ਪ੍ਰੈਜ਼ੈਂਟ ਆ ਕਹਿੰਦੇ ਕਈ ਜਿਹੜੇ ਡਿਸੀਜ਼ਨਸ ਆ ਉਹ ਆਪਣੇ ਜਿਹੜੇ ਇਕਨੋਮਿਕ ਪ੍ਰਿੰਸੀਪਲ ਬੇਸਿਸ ਦੇ ਬਿਹਾਫ 'ਤੇ ਹੀ ਲਏ ਜਾਂਦੇ ਆ। ਨੈਕਸਟ ਹੈ ਇਨਕਰੀਜ਼ ਇਨ ਐਫੀਸ਼ੀਐਂਸੀ ਦੇ ਵਿੱਚ ਵੀ ਵਾਧਾ ਹੋਇਆ ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ। ਐਫੀਸ਼ੀਐਂਸੀ ਦੇ ਵਿੱਚ ਕਿਵੇਂ ਵਾਧਾ ਹੋਇਆ? ਟੈਪਿਜ਼ਮ, ਅਫੀਸ਼ੀਅਲ ਇੰਟਰਵੈਂਸ਼ਨਸ ਆ, ਇਹਨਾਂ ਦੀਆਂ ਪ੍ਰੋਬਲਮਸ ਦਾ ਖਾਤਮਾ ਹੋ ਗਿਆ, ਮੀਨਸ ਵੈਨਿਸ਼ਡ ਹੋ ਗਈਆਂ, ਫਿਨਿਸ਼ ਹੋ ਗਈਆਂ। ਆਪਣੀ ਹੋਲ ਇਕੋਨਮੀ ਦੇ ਵਿੱਚ ਇੰਪਰੂਵਮੈਂਟ ਆ ਗਈ। 6th ਪੁਆਇੰਟ ਹੈ ਇਨਕਰੀਜ਼ ਇਨ ਫਾਈਨੈਂਸ਼ੀਅਲ ਰਿਸੋਰਸਿਸ ਆਫ ਗਵਰਨਮੈਂਟ।
ਆਪਣੇ ਗਵਰਨਮੈਂਟ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਆ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ। ਇਕੁਇਟੀ ਸ਼ੇਅਰਸ ਆ ਜਿਹੜੇ ਪਬਲਿਕ ਸੈਕਟਰ ਨੇ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤੇ ਆਪਣੇ, ਜਿਹਦੇ ਕਰਕੇ ਫਾਈਨੈਂਸ਼ੀਅਲ ਰਿਸੋਰਸਿਸ ਦੇ ਵਿੱਚ ਵਾਧਾ ਹੋ ਗਿਆ। ਇਹ ਰਿਸੋਰਸਿਸ ਆ ਜਿਹੜੇ ਯੂਟੀਲਾਈਜ਼ ਕੀਤੇ ਜਾਂਦੇ ਆ ਡਿਵੈਲਪਮੈਂਟ ਦੇ ਵਿੱਚ ਇਨਫਰਾਸਟਰਕਚਰ ਦੇ ਲਈ। ਇਹਦੇ ਕਰਕੇ ਜਿਹੜੀਆਂ ਆ ਕਾਫੀ ਬੈਨੀਫਿਟ ਹੋਇਆ ਆਪਣੀ ਇਕੋਨਮੀ ਨੂੰ। ਰਿਡਕਸ਼ਨ ਇਨ ਇਕਨੋਮਿਕ ਬਰਡਨ ਆਫ ਦਾ ਗਵਰਨਮੈਂਟ, ਆਪਣੇ ਕੀ ਆ ਗਵਰਨਮੈਂਟ ਦੇ ਉੱਤੇ ਜਿਹੜੀ ਆ ਇਕਨੋਮਿਕ ਬਰਡਨ ਆ ਉਹਦੇ ਵਿੱਚ ਵੀ ਕਮੀ ਆਈ। ਪ੍ਰਾਈਵੇਟੇਸ਼ਨ ਆਉਣ ਦੇ ਨਾਲ ਕਹਿੰਦੇ ਜਿਹੜਾ ਕੀ ਆ ਪ੍ਰਾਈਵੇਟ ਸੈਕਟਰ ਕੀ ਆ ਉਹਨੇ ਵਧੀਆ ਰੋਲ ਪਲੇ ਕੀਤਾ ਆਪਣੇ ਰਿਸੋਰਸਿਸ ਨੂੰ ਆਪਣੀ ਇਕੋਨਮੀ ਦੇ ਵਿੱਚ, ਆਪਣੇ ਰਾਸ਼ਟਰ ਦੇ ਲਈ ਜਿਹੜੇ ਇਕਨੋਮਿਕ ਰਿਸੋਰਸਿਸ ਆ ਉਹਨਾਂ ਨੂੰ ਵਧਾਉਣ ਦੇ ਵਿੱਚ। ਇਹਦੇ ਰਿਜ਼ਲਟ ਕਰਕੇ ਜਿਹੜਾ ਗਵਰਨਮੈਂਟ ਦੇ ਉੱਪਰ ਜਿਹੜੀ ਇਨਵੈਸਟਮੈਂਟ ਆ ਉਹ ਨਵੇਂ ਪ੍ਰੋਜੈਕਟ ਦੇ ਨਾਲ ਮੋਡਰਨਾਈਜੇਸ਼ਨ ਮੈਥਡ ਦੇ ਨਾਲ ਜਿਹੜੇ ਕੀਤੇ ਗਏ, ਜਿਹਦੇ ਕਰਕੇ ਜਿਹੜਾ ਕਿ ਇਕਨੋਮਿਕ ਬਰਡਨ ਆ ਉਹ ਘੱਟ ਗਿਆ। ਨੈਕਸਟ ਹੈ ਇਨਕਰੀਜ਼ ਇਨ ਕੰਪੀਟੀਸ਼ਨ, ਮੁਕਾਬਲਿਆਂ ਵਿੱਚ ਵਾਧਾ ਹੋਇਆ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਅਲੱਗ-ਅਲੱਗ ਜਿਹੜੇ ਮੈਥਡ ਆ ਉਹਨਾਂ ਦੇ ਵਿੱਚ ਜਿਹੜਾ ਵਾਧਾ ਹੋ ਗਿਆ। ਕਿਉਂਕਿ ਹਰ ਇੱਕ ਪਰਸਨ ਆ ਜਿਹੜਾ ਹਰ ਇੱਕ ਇੰਡਸਟਰੀਜ਼ ਆ ਇੱਕੋ ਜਿਹੇ ਜਿਹੜੇ ਆ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਲੱਗ ਪਏ, ਜਿਹਦੇ ਕਰਕੇ ਇੰਡੀਅਨ ਇਕੋਨਮੀ ਦੇ ਵਿੱਚ ਬੈਟਰ ਕੁਆਲਿਟੀ ਦੇ ਪ੍ਰੋਡਕਟ ਆ ਉਹ ਵਾਧਾ ਹੋਇਆ। ਉਹਨਾਂ ਦੇ ਨਾਲ ਉਹਨਾਂ ਨੇ ਕੀ ਕੀਤਾ ਆਪਸ ਵਿੱਚ ਉਹਨਾਂ ਨੇ ਕੰਪੀਟੀਸ਼ਨ ਲਗਾ ਲਿਆ ਰਿਗਾਰਡਿੰਗ ਪ੍ਰਾਈਜ਼, ਰਿਗਾਰਡਿੰਗ ਕੁਆਲਿਟੀ। ਇਹਦੇ ਨਾਲ ਕੀ ਆ ਹਰ ਇੱਕ ਕੰਜ਼ਿਊਮਰਸ ਦੇ ਲਈ ਜਿਹੜਾ ਕਿ ਉਹ ਕੰਪੀਟੀਸ਼ਨ ਦੇ ਵਿੱਚ ਵਾਧਾ ਹੋ ਗਿਆ। ਨੈਕਸਟ ਹੈ ਰਿਫੋਰਮਸ ਇਨ ਦਾ ਮੈਨੇਜਮੈਂਟ ਆਫ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਕੀ ਆ ਮੈਨੇਜਮੈਂਟ ਆ ਜਿਹੜਾ ਉਹਨੇ ਰਿਫੋਰਮ ਕਈ ਚੇਂਜਿਸ ਲੈ ਕੇ ਆਉਂਦੀਆਂ। ਉਹਨੇ ਕੀ ਕੀਤੀਆਂ ਆਪਣੇ ਜਿਹੜੇ ਕਿ ਐਕਸਪਰਟਸ ਲੈ ਆਉਂਦੇ ਐਡਮਿਨਿਸਟ੍ਰੇਸ਼ਨ ਦੇ ਲਈ, ਆਫਿਸਰਸ ਲੈ ਆਉਂਦੇ, ਲੀਡਰਸ ਲੈ ਆਉਂਦੇ ਆਪਣੇ ਐਂਟਰਪ੍ਰਾਈਜ਼ਸ ਨੂੰ ਵਧੀਆ ਬਣਾਉਣ ਦੇ ਲਈ, ਉਹਨਾਂ ਨੂੰ ਬੈਨੀਫਿਟਸ ਦੇਣ ਦੇ ਲਈ। ਲਾਸਟ ਵਨ ਆ ਇਕਨੋਮਿਕਲ ਯੂਜ਼ ਆਫ ਰਿਸੋਰਸਿਸ। ਮੇਨ ਓਬਜੈਕਟਿਵ ਆ ਕਹਿੰਦਾ ਮੇਨ ਓਬਜੈਕਟਿਵ ਆ ਪ੍ਰਾਈਵੇਟ ਸੈਕਟਰ ਦਾ ਕੀ ਕਰਨਾ, ਮੈਕਸਿਮਮ ਪ੍ਰੋਫਿਟ ਅਰਨ ਕਰਨਾ, ਜਿਹਦੇ ਕਰਕੇ ਘੱਟ ਤੋਂ ਘੱਟ ਜਿਹੜੇ ਰਿਸੋਰਸਿਸ ਦੀ ਆਪਾਂ ਵੇਸਟੇਜ ਕਰਕੇ ਵੱਧ ਤੋਂ ਵੱਧ ਜਿਹੜਾ ਪ੍ਰੋਫਿਟ ਅਰਨ ਕਰ ਸਕੀਏ, ਘੱਟ ਤੋਂ ਘੱਟ ਕਾਸਟ ਲਾ ਕੇ ਆਪਾਂ ਵੱਧ ਤੋਂ ਵੱਧ ਉਹਨਾਂ ਰਿਸੋਰਸਿਸ ਨੂੰ ਕਰ ਸਕੀਏ। ਨੈਕਸਟ ਹੈ ਡੀਮੈਰਿਟਸ ਆਫ ਪ੍ਰਾਈਵੇਟਾਈਜੇਸ਼ਨ। ਡੀਮੈਰਿਟਸ ਦੇ ਵਿੱਚ ਫਸਟ ਵਨ ਹੈਗਾ ਰੀਜਨਲ ਇੰਬੈਲੈਂਸਿਸ, ਜਿਹੜੀ ਖੇਤਰੀ ਆ ਉਹਨਾਂ ਦੇ ਵਿੱਚ ਜਿਹੜਾ ਇੰਬੈਲੈਂਸ ਬਣਨਾ। ਪ੍ਰਾਈਵੇਟੇਸ਼ਨ ਕੀ ਆ ਇਨਵੈਸਟ ਕਰਦਾ ਹੈ ਇੰਡਸਟਰੀਅਲ ਯੂਨਿਟਸ ਦੇ ਵਿੱਚ, ਇਸ ਕਰਕੇ ਇਕੱਲੇ ਕਿਹੜੇ ਇੰਡਸਟਰੀਅਲ ਏਰੀਆ ਹੀ ਆ ਕਹਿੰਦੇ ਜਿਹੜਾ ਡਿਵੈਲਪ ਹੁੰਦਾ ਆ, ਬਾਕੀ ਜਿਹੜੇ ਬੈਕਵਰਡ ਏਰੀਆਜ਼ ਆ ਉਹਨਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੇ ਵਿੱਚ ਇੰਬੈਲੈਂਸ ਆ ਜਾਂਦਾ ਹੈ ਖੇਤਰੀ ਤੌਰ 'ਤੇ ਆਪਣੀ ਕੰਟਰੀ ਦੇ ਵਿੱਚ। ਸੈਕਿੰਡ ਵਨ ਨਿਗਲੈਕਟ ਆਫ ਨੈਸ਼ਨਲ ਪ੍ਰਾਇਓਰਿਟੀਜ਼, ਜਿਹੜੀਆਂ ਨੈਸ਼ਨਲ ਪ੍ਰਾਇਓਰਿਟੀਜ਼ ਆ ਉਹਨਾਂ ਨੂੰ ਦੇਖਿਆ ਹੀ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਪ੍ਰਾਈਵੇਟ ਸੈਕਟਰ ਕੀ ਆ ਇਕੱਲਾ ਕੀ ਆ ਪ੍ਰੋਫਿਟ ਓਰੀਐਂਟਡ ਆ, ਕੀ ਉਹ ਚਾਹੁੰਦਾ ਹੈ ਮੈਕਸਿਮਮ ਪ੍ਰੋਫਿਟ ਅਰਨ ਹੋਵੇ। ਉਹਨੇ ਆਪਣੇ ਉਹ ਵਾਲੇ ਏਰੀਆ ਨੂੰ ਨਹੀਂ ਦੇਖਿਆ ਜਿਨ੍ਹਾਂ ਦੇ ਵਿੱਚ ਪ੍ਰੋਫਿਟ ਨਹੀਂ ਹੁੰਦਾ, ਲਾਈਕ ਐਜ਼ ਆ ਇਨਫਰਾਸਟਰਕਚਰ, ਜਿਹਦੇ ਕਰਕੇ ਇਹ ਵਾਲੀ ਪ੍ਰਾਈਵੇਟੇਸ਼ਨ ਨੇ ਇਹ ਵਾਲੀਆਂ ਆਪਣੇ ਰਾਸ਼ਟਰ ਦੇ ਇਨਫਰਾਸਟਰਕਚਰ ਦੇ ਏਰੀਏ ਨੂੰ ਛੱਡ ਦਿੱਤਾ, ਕਿਉਂਕਿ ਉਹਨੂੰ ਉੱਥੋਂ ਕੀ ਨਹੀਂ ਹੁੰਦਾ ਪ੍ਰੋਫਿਟ ਨਹੀਂ ਹੁੰਦਾ। ਥਰਡ ਵਨ ਆ ਨਿਗਲੈਕਟ ਆਫ ਵੀਕਰ ਸੈਕਸ਼ਨਸ, ਜਿਹੜੇ ਵੀਕਰ ਸੈਕਸ਼ਨਸ ਆ ਉਹਨਾਂ ਨੂੰ ਵੀ ਇਹਨੇ ਘਟਾ ਦਿੱਤਾ। ਪ੍ਰਾਇਮਰੀ ਓਬਜੈਕਟਿਵ ਕੀ ਆ ਪ੍ਰਾਈਵੇਟਾਈਜੇਸ਼ਨ ਦਾ ਮੈਕਸਿਮਮ ਪ੍ਰੋਫਿਟ ਅਰਨ ਕਰਨਾ, ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਅਰਨ ਕਰਨ ਦੇ ਲਈ ਇਹਨੇ ਕੀ ਕੀਤਾ ਕੰਫਰਟ ਜ਼ੋਨ ਅਤੇ ਲਗਜ਼ਰੀਜ਼ ਗੁੱਡਸ ਨੂੰ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ, ਜਿਹਦੇ ਕਰਕੇ ਹੁਣ ਵੀਕਰ ਸੈਕਸ਼ਨਸ ਆ ਉਹ ਵਾਲੀਆਂ ਕੰਫਰਟ ਜ਼ੋਨ ਐਂਡ ਲਗਜ਼ਰੀਜ਼ ਗੁੱਡਸ ਨੂੰ ਤਾਂ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਨੂੰ ਇਹਨੇ ਕੀ ਕਰ ਦਿੱਤਾ ਨਗਲੈਕਟ ਕਰ ਦਿੱਤਾ। ਫੋਰ ਐਗਜ਼ਾਮਪਲ ਅੱਜ ਕੱਲ੍ਹ ਏਸੀ ਔਰ ਕੂਲਰ ਆ ਹਰ ਕੋਈ ਅਫੋਰਡ ਨਹੀਂ ਕਰ ਸਕਦਾ, ਜਿਹੜੇ ਵੀਕਰ ਸੈਕਸ਼ਨ ਆ ਉਹਨਾਂ ਨੂੰ ਨਹੀਂ ਅਫੋਰਡ ਕਰ ਸਕਦੇ। ਕੰਫਰਟ ਐਂਡ ਲਗਜ਼ਰੀਜ਼ ਗੁੱਡਸ ਆ ਮਹਿੰਗੀਆਂ ਗੁੱਡਸ ਆ ਇਹ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ। ਬਸ ਪ੍ਰਾਈਵੇਟੇਸ਼ਨ ਆਉਣ ਦੇ ਨਾਲ ਇਹ ਕਿਹੜੀਆਂ ਗੁੱਡਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ। ਅਨਇੰਪਲੋਇਮੈਂਟ, ਇਹਦੇ ਨਾਲ ਕੀ ਆ ਬੇਰੁਜ਼ਗਾਰੀ ਵੀ ਆਈ। ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਜਿਹੜੀ ਬੇਰੁਜ਼ਗਾਰੀ ਦੇ ਵਿੱਚ ਬਹੁਤ ਵਾਧਾ ਹੋ ਗਿਆ, ਕਿਉਂਕਿ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਆ ਸਕਿੱਲਸ ਹੋਣੀਆਂ ਚਾਹੀਦੀਆਂ ਪਰਸਨ ਦੇ ਕੋਲ। ਉਦੋਂ ਪਹਿਲਾਂ ਕੀ ਕੀਤਾ ਜਾਂਦਾ ਸੀਗਾ ਹੈਂਡ ਮੇਡ ਕੰਮ ਕੀਤਾ ਜਾਂਦਾ ਸੀਗਾ, ਜਿਹੜੇ ਕਿ ਹੁਣ ਅੱਜ ਦਾ ਯੁੱਗ ਕਿਹੜਾ ਆ ਕੰਪਿਊਟਰਾਈਜ਼ਡ ਯੁੱਗ ਆ, ਮਾਡਰਨ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਆ, ਜਿਹਦੇ ਵਿੱਚ ਜਿਹੜੇ ਪਿਊਪਲਸ ਦਾ ਕੰਮ ਆ ਉਹ ਕੰਮ ਘੱਟ ਜਾਂਦਾ ਆ, ਮਸ਼ੀਨਸ ਦਾ ਜਿਹੜਾ ਵਰਕ ਆ ਵੱਧ ਗਿਆ। ਕੈਪੀਟਲ ਟੈਕਨੀਕ ਆ ਇੰਸਟੈਂਸਿਵ ਟੈਕਨੀਕ ਨੂੰ ਇਹਦੇ ਵਿੱਚ ਜ਼ਿਆਦਾ ਵਾਧਾ ਦਿੱਤਾ ਜਾਂਦਾ ਹੈ। ਲੇਬਰ ਜਿਹੜੀ ਇੰਸਟੈਂਸਿਵ ਟੈਕਨੀਕ ਆ ਉਹਦੇ ਵਿੱਚ ਘੱਟ ਗਿਆ, ਜਿਹਦੇ ਕਰਕੇ ਅਨਇੰਪਲੋਇਮੈਂਟ ਵੱਧ ਗਈ ਅਤੇ ਇੰਪਲੋਇਮੈਂਟ ਘੱਟ ਗਈ।
5th ਪੁਆਇੰਟ ਹੈ ਇਨਕਰੀਜ਼ ਇਨ ਕਰਪਸ਼ਨ। ਭ੍ਰਿਸ਼ਟਾਚਾਰ ਦੇ ਵਿੱਚ ਵੀ ਵਾਧਾ ਹੋਇਆ। ਭ੍ਰਿਸ਼ਟਾਚਾਰ ਦੇ ਵਿੱਚ ਕਿਵੇਂ ਵਾਧਾ ਹੋਏਗਾ? ਇਲੀਗਲ ਐਕਟੀਵਿਟੀਜ਼ ਦੇ ਨਾਲ ਆਪਣਾ ਕੀ ਆ, ਲੀਡਰਸ ਐਂਡ ਅਥੋਰਿਟੀਜ਼ ਆ, ਇਹ ਆਪਣੇ ਕੰਮ ਨੂੰ ਵਧਾਉਣਗੇ। ਪੋਲੀਟੀਕਲ ਪਾਰਟੀਜ਼ ਆ, ਉਹ ਕੀ ਆ, ਜਿਹੜੇ ਆ ਕਿ ਉਹ ਡੋਨੇਟ ਕਰ ਦੇਣਗੇ ਵੀ ਆਹ ਕੰਮ ਆ ਇਸ ਕੰਪਨੀ ਦੇ ਥਰੂ ਕਰਾਇਆ ਜਾਏਗਾ, ਜਾਂ ਇਹਨਾਂ ਨੂੰ ਇੰਨਾ ਪੈਸਾ ਦਿੱਤਾ ਜਾਏ ਕਿ ਆਪਣਾ ਜਿਹੜਾ ਕਿ ਵੱਧ ਤੋਂ ਵੱਧ ਪ੍ਰੋਫਿਟ ਅਰਨ ਕੀਤਾ ਜਾਏ। ਇਹਦੇ ਵਿੱਚ ਕੀ ਆ, ਜਿਹੜੀ ਭ੍ਰਿਸ਼ਟਾਚਾਰ ਆ ਉਹ ਵੱਧ ਗਿਆ। ਲੀਡਰਸ ਅਥੋਰਿਟੀ ਦੇ ਥਰੂ ਹੀ ਜਿਹੜੇ ਆ ਕਹਿੰਦੇ ਡਿਸੀਜ਼ਨ ਲਏ ਜਾਂਦੇ ਆ। ਉਹ ਇੱਕ ਕੰਪਨੀ ਵੱਲ ਹੀ ਆਪਣਾ ਜਿਹੜਾ ਆ ਕਿ ਫੇਵਰੇਬਲ ਕੇਸਿਸ ਲੈ ਲੈਣਗੇ, ਦੂਸਰੇ ਕੀ ਆ ਅਨਫੇਵਰੇਬਲ ਕੇਸਿਸ ਹੋ ਜਾਣਗੇ। ਨੈਕਸਟ ਆ ਪ੍ਰੋਬਲਮ ਆਫ ਫਾਈਨੈਂਸਿੰਗ। ਫਾਈਨਾਂਸ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ। ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਰਿਸੋਰਸਿਸ ਬਾਈ ਕਰਨ ਦੇ ਲਈ ਪ੍ਰਾਈਵੇਟ ਸੈਕਟਰ ਕੀ ਆ ਮੈਨੇਜ ਕਰਦਾ ਆ। ਇਕੱਲੇ ਉਹੀ ਰਿਸੋਰਸਿਸ ਉਹ ਮੈਨੇਜ ਨਹੀਂ ਕਰਦਾ ਸਾਰੇ ਰਿਸੋਰਸਿਸ ਨੂੰ। ਉਹਨੂੰ ਕੀ ਕਰਨਾ ਪਏਗਾ? ਜੇ ਸਾਰੇ ਦੇ ਸਾਰੇ ਰਿਸੋਰਸਿਸ ਮੈਨੇਜ ਕਰਨੇ ਪੈਣਗੇ ਤਾਂ ਉਹਨੂੰ ਉਧਾਰ ਨਾਲ ਲੈਣਾ ਪਏਗਾ ਕਮਰਸ਼ੀਅਲ ਬੈਂਕ ਔਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ। ਜੇ ਉਹਨਾਂ ਨੂੰ ਉਹੀ ਲੈਣਾ ਪਏਗਾ ਤਾਂ ਉਹਦੇ 'ਤੇ ਬਰਡਨ ਪੈ ਜਾਏਗਾ। ਪਬਲਿਕ ਫੰਡਸ ਨੂੰ ਕਲੈਕਟ ਕਰਨਾ ਉਹਦੇ ਲਈ ਔਖਾ ਹੋ ਜਾਏਗਾ। ਇਸ ਕਰਕੇ ਕੀ ਹੋਏਗਾ, ਜਿਹੜਾ ਫਾਈਨਾਂਸ ਦੀ ਜਿਹੜੀ ਆ ਪ੍ਰੋਬਲਮ ਖੜ ਜਾਏਗੀ। ਨੈਕਸਟ ਹੈ ਓਪੋਜੀਸ਼ਨ ਬਾਏ ਇੰਪਲਾਈਜ਼ ਔਰ ਟ੍ਰੇਡ ਯੂਨੀਅਨ ਦੇ ਵਿੱਚ ਕਹਿੰਦੇ ਓਪੋਜ਼ਿਟ ਹੁੰਦਾ ਆ ਪ੍ਰਾਈਵੇਟੇਸ਼ਨ ਦੇ ਅੰਡਰ। ਇਹ ਕਿਉਂ ਹੁੰਦਾ ਆ? ਕਿਉਂਕਿ ਆਪਣੇ ਜੇ ਅਨਇੰਪਲੋਇਮੈਂਟ ਆ, ਤੁਹਾਨੂੰ ਪਤਾ ਆ, ਉਹ ਘਟਦੀ ਜਾ ਰਹੀ ਆ ਅਤੇ ਆਪਣੀ ਜਿਹੜੀ ਆ ਮਸ਼ੀਨ ਵਰਕ ਆ ਉਹ ਵੱਧਦਾ ਜਾ ਰਿਹਾ, ਅਤੇ ਉਹਨਾਂ ਦੇ ਵਿੱਚ ਜਿਹੜੇ ਆ ਮਤਭੇਦ ਦੇ ਟਰਮਸ ਆ ਜਾਣਗੀਆਂ। ਲਾਸਟ ਵਨ ਹੈ ਇਕਨੋਮਿਕ ਇਨਇਕੁਐਲਿਟੀਜ਼। ਇਕਨੋਮਿਕ ਇਨਇਕੁਐਲਿਟੀਜ਼ ਕਿਵੇਂ ਆਉਣਗੀਆਂ? ਪ੍ਰਾਈਵੇਟੇਸ਼ਨ ਦੇ ਆਉਣ ਦੇ ਨਾਲ ਕਹਿੰਦੇ ਇਕਨੋਮਿਕ ਪਾਵਰ ਆ ਜਿਹੜੀ ਉਹ ਕੁਝ ਲੋਕਾਂ ਦੇ ਹੱਥਾਂ ਵਿੱਚ ਚਲੀ ਜਾਏਗੀ। ਜਿਹਦੀ ਕਿਹੜੇ ਲੋਕਾਂ ਦੇ ਹੱਥਾਂ ਵਿੱਚ ਚਲੀ ਜਾਏਗੀ? ਜਿਹੜੇ ਰਿਚ ਲੋਕ ਆ ਉਹ ਦਿਨ ਬਰ ਦਿਨ ਅਮੀਰ ਹੁੰਦੇ ਜਾਣਗੇ, ਜਿਹੜੇ ਗਰੀਬ ਲੋਕ ਆ ਉਹ ਦਿਨ ਬਰ ਦਿਨ ਗਰੀਬ ਹੁੰਦੇ ਜਾਣਗੇ। ਇਸ ਕਰਕੇ ਦੋਨਾਂ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਦੇ ਆਉਣ ਦੇ ਕਰਕੇ ਦੋਨਾਂ ਦੇ ਵਿੱਚ ਇਨਇਕੁਐਲਿਟੀਜ਼ ਦੇ ਵਿੱਚ ਵਾਧਾ ਹੋ ਰਿਹਾ ਆ। ਦੈਟਸ ਇਟ, ਥੈਂਕਸ ਟੂ ਆਲ। ਅਗਰ ਕਿਸੇ ਵੀ ਟੌਪਿਕ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਪਲੀਜ਼ ਡਿਸਕਸ ਕਰ ਲਿਓ।